ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਅੱਜ ਆਪਾਂ ਪੌੜੀ 26 ਉਹਦੇ ਬਾਰੇ ਵਿੱਚ ਵਿਚਾਰ ਰੱਖਾਂਗਾ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਹੁਤ ਹੀ ਸੋਹਣੇ ਔਰ ਸੁਚੱਜੇ ਤਰੀਕੇ ਨਾਲ ਜਪਜੀ ਸਾਹਿਬ ਦੀ ਬਾਣੀ ਨੂੰ ਲਿਖਿਆ ਔਰ ਇਹਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪਰਮਾਤਮਾ ਦੇ ਅਨੇਕ ਗੁਣ ਹੈਗੇ ਨੇ। ਉਸ ਦੇ ਗੁਣਾਂ ਦੀ ਸਿਫਤ ਸਲਾਹ ਕਰਨ ਨਾਲ ਬਹੁਤ ਮਨੁੱਖ ਜਿਹੜੇ ਨੇ ਕਰ ਵੀ ਰਹੇ ਨੇ, ਔਰ ਸਿਫਤ ਸਲਾਹਾਂ ਕਰਦੇ ਕਰਦੇ ਮਨੁੱਖ ਜਿਹੜਾ ਹੈ ਉਸ ਪਰਮਾਤਮਾ ਸੁਪਰੀਮ ਪਾਵਰ ਦੇ ਅੰਦਰ ਹੀ ਸਮਾ ਜਾਂਦਾ। ਅਮੁੱਲ ਗੁਣ ਅਮੁੱਲ ਵਪਾਰ। ਪਰਮਾਤਮਾ ਦੇ ਅਨੇਕਾਂ ਗੁਣ ਹਨ ਜਿਹਦਾ ਆਪਾਂ ਮੁੱਲ ਨਹੀਂ ਪਾ ਸਕਦੇ। ਇਸ ਕਰਕੇ ਗੁਰੂ ਸਾਹਿਬ ਲਿਖ ਰਹੇ ਨੇ ਕਿ ਉਹ ਜਿਹੜਾ ਹੈਗਾ ਗੁਣਾਂ ਦਾ ਖਜ਼ਾਨਾ ਅਮੁੱਲ ਹੈ, ਅਮੋਲਕ, ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਸ਼ਬਦ ਦਾ ਪ੍ਰਯੋਗ ਕੀਤਾ ਹੈ ਗੁਰੂ ਸਾਹਿਬ ਨੇ ਕਿ ਅਮੋਲਕ ਹੀ ਗੁਣ ਹੈਗੇ ਨੇ, ਉਹਦੇ ਬਹੁਤ ਗੁਣ ਹੈਗੇ, ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਹੁਣ ਮੁੱਲ ਨਹੀਂ ਪਾਇਆ ਜਾ ਸਕਦਾ ਦਾ ਅਰਥ ਕੀ ਹੈ? ਅਰਥ ਇਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਸ ਤਰ੍ਹਾਂ ਆਪਣੀ ਪ੍ਰਿਥਵੀ ਹੈ, ਇਹ 24 ਘੰਟੇ ਘੁੰਮਦੀ ਰਹਿੰਦੀ ਹੈ ਆਪਣੇ ਕਿਲ ਦੇ ਉੱਤੇ ਵੀ, ਔਰ ਸੂਰਜ ਦੇ ਆਲੇ ਦੁਆਲੇ ਵੀ ਥੋੜ੍ਹਾ ਅੱਗੇ ਵੱਧਦੀ ਹੈ। ਇਹ ਜਿਹੜਾ ਪਰਮਾਤਮਾ ਦਾ ਗੁਣ ਹੈਗਾ, ਹੁਣ ਇਹਦੀ ਕੋਈ ਕਾਸਟ ਜਾਂ ਪ੍ਰਾਈਜ਼ ਬੱਧੀ ਨਹੀਂ ਜਾ ਸਕਦੀ ਕਿ ਇਤਨਾ ਕਾਸਟ ਹੈਗਾ, ਇਤਨਾ ਅਮਾਊਂਟ ਹੈਗਾ। ਇਸ ਤਰ੍ਹਾਂ ਦਾ ਕੋਈ ਚਾਰਟਰਡ ਅਕਾਊਂਟੈਂਟ ਨਹੀਂ ਬੈਠਿਆ ਹੋਇਆ ਕਿ ਕਰੋੜਾਂ ਅਰਬਾਂ ਸਾਲ ਤੋਂ ਇਹ ਚੱਲ ਰਹੀ ਹੈ। ਉਹ ਪੂਰਾ ਜਿਹੜਾ ਤਾਰਾ ਮੰਡਲ ਹੈ, ਬ੍ਰਹਿਮੰਡ ਹੈ, ਸਾਰੀ ਖੇਡ, ਉਹਦਾ ਆਪਾਂ ਕੀ ਮੁੱਲ ਪਾ ਸਕਦੇ ਹਾਂ? ਉਹ ਬਹੁਮੁੱਲ ਹੈ, ਅਮੋਲਕ, ਮੁੱਲ ਨਾ ਪਾਇਆ ਜਾ ਸਕਦਾ। ਐਸਾ ਅਮੁੱਲ ਵਪਾਰ। ਔਰ ਇਹ ਜਿਤਨਾ ਖੇਲ ਚੱਲ ਰਿਹਾ ਹੈਗਾ ਉਹ ਵੀ ਬੜਾ ਹੀ ਬਿਜ਼ੀ ਸ਼ੈਡਿਊਲ ਵਿੱਚ ਚੱਲਦਾ ਰਹਿੰਦਾ ਹੈ। ਹਰ 24 ਘੰਟੇ ਵਿੱਚ ਇੱਕ ਚੱਕਰ ਮਾਰਦੀ ਹੈ ਅਤੇ ਹਰ 365 ਦਿਨ ਵਿੱਚ ਸੂਰਜ ਦਾ ਚੱਕਰ ਮਾਰਦੀ ਹੈ। ਇਹ ਸਾਰਾ ਜਿਹੜਾ ਸ਼ੈਡਿਊਲ ਹੈ ਹਰ ਪਲ ਦਾ ਬਿਜ਼ੀਨੈਸ ਦਾ ਹੈ। ਪਰਮਾਤਮਾ ਦੀ ਚੀਜ਼ਾਂ, ਉਹਦੇ ਵਿੱਚ ਇੱਕ ਟੁਕੜਾ ਪ੍ਰਿਥਵੀ ਹੈ ਜੋ ਇਸ ਤਰ੍ਹਾਂ ਕਰਦਾ, ਜਿਹਦੇ ਵਿੱਚ ਆਪਾਂ ਰਹਿੰਦੇ ਹਾਂ। ਇਸ ਤਰ੍ਹਾਂ ਦੇ ਕਰੋੜੋਂ ਅਰਬੋਂ ਟੁਕੜੇ ਹਨ, ਔਰ ਜਿਤਨੇ ਵੀ ਤਾਰੇ ਹਨ ਉਹ ਸੂਰਜ ਦੇ ਬਰਾਬਰ ਹੈ। ਆਪਾਂ ਸੂਰਜ ਦਾ ਇੱਕ ਜਿਹੜਾ ਉਪਗ੍ਰਹਿ ਹੈ, ਪ੍ਰਿਥਵੀ ਜਾਂ ਗ੍ਰਹਿ ਹੈ, ਉਸਦਾ ਇੱਕ ਜੋ ਸੂਰਜ ਦੇ ਆਲੇ ਦੁਆਲੇ ਚੱਕਰ ਲਾਉਂਦੀ ਹੈ। ਇਹਦੀ ਜਿਹੜੀ ਹੈ ਬਿਜ਼ੀਨੈਸ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਜਿਹੜਾ ਬਿਜ਼ੀਨੈਸ ਚੱਲ ਰਿਹਾ ਪਰਮਾਤਮਾ ਦਾ, ਇਹ ਚੱਲਦਾ ਹੀ ਰਹੇਗਾ। ਅਮੁੱਲ ਵਪਾਰੀਏ ਅਮੁੱਲ ਭੰਡਾਰ। इस प्रकार कोई यदि एस्टिमेट करना चाहे
ਤਾਂ ਉਹ ਐਸਟੀਮੇਟ ਨਹੀਂ ਕਰ ਸਕਦਾ। ਕੋਈ ਵੀ ਵਪਾਰੀ ਇਸ ਗੱਲ ਵਾਸਤੇ ਉਸ ਨੂੰ ਤੋਲ ਨਹੀਂ ਸਕਦਾ। ਅਮੁੱਲ ਭੰਡਾਰ, ਔਰ ਉਹਦਾ ਜਿਹੜਾ ਭੰਡਾਰ ਹੈਗਾ ਚੀਜ਼ਾਂ ਵਸਤੂਆਂ ਸਾਰੀ ਚੀਜ਼ਾਂ ਦਾ, ਉਹ ਭੰਡਾਰ ਵੀ ਬੜਾ ਹੀ ਅਮੋਲਕ ਹੈ। ਉਹਦਾ ਵੀ ਕਾਸਟ ਜਿਹੜਾ ਕੱਢਿਆ ਨਹੀਂ ਜਾ ਸਕਦਾ, ਬਹੁਤ ਹੀ ਵਡਮੁੱਲਾ ਹੈਗਾ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਨੇਕਾਂ ਲੋਕ, ਅਨੇਕਾਂ ਵਪਾਰੀ ਆਉਂਦੇ ਨੇ ਔਰ ਲੈ ਜਾਂਦੇ ਨੇ ਬਹੁਤ ਸਾਰੀ ਚੀਜ਼ਾਂ। ਹੁਣ ਇਸ ਨੂੰ ਲਾਈਨ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਈ ਮਨੁਸ਼ਾਂ ਨੇ ਜਨਮ ਲਿਆ, ਕਰੋੜਾਂ ਅਰਬਾਂ ਸਾਲ ਤੋਂ ਇਹ ਜਨਮ ਦੀ ਗਾਥਾ ਚੱਲ ਰਹੀ ਹੈ। ਸਾਹ ਲੈਂਦੇ ਨੇ, ਮਤਲਬ ਆ ਗਏ। ਕਈ ਜਿਹੜਾ ਨਾਮ ਲੈ ਲੈ ਕੇ ਚਲੇ ਗਏ। ਜੋ ਆਇਆ ਸੋ ਚੱਲ ਸੀ, ਜੋ ਆएगा वो चला भी जाएगा। इस प्रकार जिन्ना कोई मुੱਲ नहीं पाया जा सकता आंदे ने और फिर चले भी जाते ने। ਹੁਣ ਜਿਹੜੇ ਆ ਰਹੇ ਨੇ ਔਰ ਜਿਹੜੇ ਜਾ ਰਹੇ ਨੇ, ਇਹ ਗੁਰੂ ਸਾਹਿਬ ਦੱਸਦੇ ਰਹੇ ਨੇ ਸਾਨੂੰ। ਲੇਕਿਨ ਇਹਦੇ ਅੰਦਰ ਇੱਕ ਅਲੱਗ ਤੱਤ ਵੀ ਛਪਿਆ ਹੋਇਆ ਹੈ ਕਿ ਭਾਈ ਕਈ ਲੋਕ ਆ ਰਹੇ ਨੇ, ਉਹ ਰੱਬ ਦਾ ਨਾਮ ਨੂੰ ਸਮਝ ਰਹੇ ਨੇ, ਉਹਦੀ ਵਡਿਆਈਆਂ ਕਰ ਰਹੇ ਨੇ। ਫਿਰ ਕੀ ਲੈ ਜਾਂਦੇ ਨੇ? ਲੈ ਜਾਂਦੇ ਨੇ ਆਪਣਾ ਇਨਾਮ, ਨਾਮ ਦੀ ਕੀਤੀ ਹੋਈ ਕਮਾਈ ਦਾ ਜੋ ਵੀ ਬਣਦਾ ਹੈ ਹਿਸਾਬ, ਉਹ ਲੈ ਵੀ ਜਾਂਦੇ ਨੇ। ਅਮੁੱਲ ਪਾਏ ਅਮਲਾ ਸਮਾਹੇ। ਹੁਣ ਜਿਹੜੇ ਨਾਮ ਦੀ ਕਮਾਈ ਵਿੱਚ ਲੱਗੇ ਰਹਿੰਦੇ ਨੇ, ਉਹ ਪਰਮਾਤਮਾ ਨੂੰ ਭਾ ਜਾਂਦੇ ਨੇ। ਉਹ ਜਿਹੜੇ ਪਰਮਾਤਮਾ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ, ਉਹ ਪਰਮਾਤਮਾ ਦੇ ਅੰਦਰ ਸਮਾ ਵੀ ਜਾਂਦੇ ਨੇ। ਅਮੁੱਲ ਧਰਮ ਅਮੁੱਲ ਦੀਵਾਨ। ਅਨੇਕਾਂ ਜਿਹੜਾ ਹੈਗੇ, ਜਿਤਨਾ ਵੀ ਪਰਮਾਤਮਾ ਦਾ ਕਾਰਜਕ੍ਰਮ ਚੱਲ ਰਿਹਾ ਹੈ, ਕਾਰਜਕ੍ਰਮ ਅਰਥਾਤ ਪੂਰੇ ਯੂਨੀਵਰਸ ਵਿੱਚ ਜੋ ਕਾਰਜ ਹੋ ਰਹੇ ਨੇ, ਉਹਨਾਂ ਦਾ ਵੈਸੇ ਮੁੱਲ ਨਹੀਂ ਪਾਇਆ ਜਾ ਸਕਦਾ। ਉਹਨਾਂ ਦੇ ਮੁੱਲਾਂ ਦਾ ਐਸਟੀਮੇਟ ਨਹੀਂ ਕੀਤਾ ਜਾ ਸਕਦਾ। ਕਾਸਟ ਐਂਡ ਐਸਟੀਮੇਸ਼ਨ ਡਿਪਾਰਟਮੈਂਟ यदि पूरे वर्ल्ड ਦਾ ਵੀ ਲੱਗ ਜਾਏ तो ਉਹਦੀ ਕਾਸਟ ਪ੍ਰਾਪਤ ਨਹੀਂ ਹੋ ਸਕਦੀ। ਕਾਸਟ ਪ੍ਰਾਪਤ ਕਰਨ ਦੀ ਲੋੜ ਵੀ ਨਹੀਂ ਹੈ। ਸਿਰਫ ਆਪਾਂ ਨੂੰ ਸਮਝਣਾ ਹੈ ਕਿ ਭਾਈ ਉਹ ਅਮੁੱਲ ਹੈ, ਉਹਦੀ ਦਾਤਾ ਅਮੁੱਲ ਹੈ। ਉਹ ਅਮੁੱਲ ਪਾਏ ਅਮੁੱਲਾ ਸਮਾਏ। ਉਹ ਜਿਨ੍ਹਾਂ ਨੂੰ ਫਿਰ ਅਮੁੱਲ ਵਿਅਕਤੀ ਐਸੇ ਨੇ ਜਿਹੜੇ ਉਸ ਨੂੰ ਪਾ ਜਾਂਦੇ ਨੇ, ਉਹਦੇ ਵਿੱਚ ਫਿਰ ਸਮਾ ਵੀ ਜਾਂਦੇ ਨੇ। ਅਮੁੱਲ ਕਈ ਉਸਦੇ ਰੂਲਸ ਐਂਡ ਰੈਗੂਲੇਸ਼ਨ ਨੇ। ਪ੍ਰithvi 24 ਘੰਟੇ ਵਿੱਚ ਆਪਣਾ ਇੱਕ ਰੋਟੇਸ਼ਨ ਕੰਪਲੀਟ ਕਰ ਲੈਂਦਾ। ਇਹ ਇੱਕ ਰੂਲ ਜਿਹਾ ਹੋ ਗਿਆ। 365 ਦਿਨਾਂ ਵਿੱਚ ਪੂਰਾ ਸੰਨ ਦਾ ਵੀ ਚੱਕਰ ਮਾਰ ਲੈਂਦੀ ਹੈ। ਇਹ ਵੀ ਇੱਕ ਰੂਲ ਦੇ ਅੰਡਰ ਹੋ ਰਿਹਾ ਹੈ। ਉਹ ਨਿਯਮ ਜਿਹੜਾ ਅਟਲ ਹੈਗਾ, ਉਸੇ ਨੂੰ ਗੁਰੂ ਸਾਹਿਬ ਦੱਸ ਰਹੇ ਨੇ ਕਿ ਇਹ ਜਿਹੜਾ ਧਰਮ ਹੈ, ਨਿਯਮ ਕਾਨੂੰਨ ਨਾਲ ਚੱਲਣਾ, ਇਹ ਵੀ ਬੜਾ ਬਹੁਮੁੱਲਾ ਹੈਗਾ। ਇਹਦਾ ਵੀ ਕੋਈ ਮੁੱਲ ਨਹੀਂ ਹੈਗਾ। ਲੇਕਿਨ ਇਸ ਗੁਣ ਨੂੰ ਸਮਝੋ ਕਿ ਪਰਮਾਤਮਾ ਦੀ ਸੁਪਰ ਪਾਵਰ ਜਿਹੜੀ ਹੈ, ਪੂਰਾ ਜਿਹੜਾ ਹੁਕਮੀ ਕ੍ਰੀਏਟਰ, ਇਹ ਸਾਰੀ ਚੀਜ਼ਾਂ ਬਝੀਆਂ ਹੋਈਆਂ ਨੇ। ਗੁਰੂ ਸਾਹਿਬ
ਸੇਮ ਗੱਲ ਨੂੰ ਸ਼ਬਦ ਦੂਜੇ ਲੈ ਕੇ ਸਮਝਾ ਰਹੇ ਨੇ ਭਾਈ ਕਿ ਉਹਦੀ ਇਹ ਗੁਣਾਂ ਦਾ ਅਮੁੱਲ ਹੈ, ਧਰਮ ਉਹਦਾ ਅਮੁੱਲ ਹੈ, ਅਮੁੱਲ ਦੀਵਾਨ। ਉਹਦੀ ਕੋਰਟ ਕਚਹਿਰੀ ਵੀ ਜਿਹੜੀ ਹੈ ਉਹ ਬੜੀ ਅਮੁੱਲ ਹੈ, ਉਹਦਾ ਵੀ ਕੋਈ ਮੁੱਲ ਨਹੀਂ ਦੇ ਸਕਦਾ। ਕਿਉਂ? ਉੱਥੇ ਸੱਚੋ ਸੱਚ ਵਰਤਣਾ ਹੈ ਔਰ ਸੱਚੋ ਸੱਚ ਦਾ ਨਿਆਂ ਹੋਣਾ ਹੈ। ਸਾਚਾ ਨਿਆਂ ਕਰੇ ਕਰਤਾਰ। ਕਰਤਾਰ ਸਾਰਿਆਂ ਨਾਲ ਸੱਚਾ ਨਿਆਂ ਕਰਦਾ ਹੈਗਾ। ਅਮੁੱਲ ਤੁਲ ਅਮੁੱਲ ਪਰਵਾਨ। ਤੁਲ ਦਾ ਕੀ ਮਤਲਬ ਹੈ? ਅਮੁੱਲ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਬੈਲੈਂਸ ਵਿੱਚ, ਸਾਡੀ ਜਿਹੜੀ ਹਰ ਕਰਮ ਦੇ ਲਾਗੇ ਜਦ ਅੱਗੇ ਚੱਲ ਕੇ ਬੈਲੈਂਸ ਲੱਗਿਆ ਹੋਇਆ, ਇੱਕ ਪਾਸੇ ਸਾਡੇ ਅੱਛੇ ਬਰੇ ਕਰਮ ਹਨ ਅਤੇ ਦੂਜੇ ਪਾਸੇ ਵੇਟ, ਉਹ ਤੁਲਾ ਵਿੱਚ ਜਿਹੜਾ ਤੁਲੇਗਾ, यदि ਉੱਪਰ ਦੀ ਆਰਮ ਬੈਲੈਂਸ ਰਹੇਗੀ ਤਾਂ ਤੇ ਪ੍ਰਵਾਨਗੀ ਹਾਸਲ ਹੋ ਜਾਏਗੀ, ਅਪਰੂਵਲ ਮਿਲ ਜਾਏਗਾ। ਹਾਂ ਭਈ ਇਸਨੂੰ ਜਿਹੜਾ ਹੈ ਚੰਗੀ ਜਗ੍ਹਾ ਭੇਜ ਦਿਓ। ਜੇ ਬੈਲੈਂਸ ਨਹੀਂ ਹੋਈ, ਅਪ ਡਾਊਨ ਹੋਈ, ਉਸ ਹਿਸਾਬ ਨਾਲ ਫਿਰ ਜਗ੍ਹਾ ਨਿਆਂ ਜਿਹੜਾ ਹੈ, ਦਰਬਾਰ ਪਰਮਾਤਮਾ ਦਾ ਜਿਹੜਾ ਦਰਬਾਰ ਹੈ, ਨਿਆਂ ਫਿਰ ਹੋਏਗਾ। ਫਿਰ ਉਸ ਹਿਸਾਬ ਨਾਲ ਹੀ ਅਗਲਾ जन्म या मुक्ति जो भी है प्राप्त होगी। अमुल बख्शीश, अमुल निशान। परमात्मा दी बहुत सारी बख्शिशां हैगियां ने, वो भी बहुमुल्ली या अमुल हैगियां ने। मुल कोई नहीं पा सकता, कोई दे भी नहीं सकता। अमुल निशान, फिर ਉਹਦੇ कई ਜਿਹੜੇ ਨਿਸ਼ਾਨ ਹੈਗੇ ਨੇ ਉਹ ਵੀ ਅਮੁੱਲ, ਉਹਨਾਂ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਨਿਸ਼ਾਨ ਦਾ ਮਤਲਬ ਕੀ ਹੈ? ਇੱਕ ਦੋ ਐਗਜ਼ਾਮਪਲ ਦੇਵਾਂਗਾ, ਫਿਰ ਸਾਰੀ ਗੱਲਾਂ ਸਮਝ ਆ ਜਾਣਗੀਆਂ। ਗੁਰੂ ਨਾਨਕ ਦੇਵ ਜੀ ਬਿਦਰ ਸਾਹਿਬ ਆਏ। ਮੂਲ ਨਿਵਾਸੀਆਂ ਨੇ, ਉੱਥੋਂ ਦੇ ਜਿਹੜੇ ਨਿਵਾਸੀ ਸਨ ਪਿੰਡ ਦੇ, ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਮਹਾਰਾਜ, ਇੱਥੇ ਜਿਹੜਾ ਪਾਣੀ ਖਾਰਾ ਆਉਂਦਾ ਹੈ, ਅਸੀਂ ਚਾਹੁੰਦੇ ਹਾਂ ਕਿ ਅੱਛਾ ਮਿੱਠਾ ਪਾਣੀ ਜਿਹੜਾ ਸਾਨੂੰ ਪ੍ਰਾਪਤ ਹੋਏ। ਤੁਸੀਂ ਕਰਮਾਂ ਵਾਲੇ ਹੋ, ਰੱਬ ਦੇ ਨੇੜੇ ਹੋ, ਤੁਹਾਡੀ ਜਿਹੜੀ ਗੱਲ ਮੰਨ ਲਈ ਜਾਏਗੀ। ਗੁਰੂ ਸਾਹਿਬ ਨੇ ਮਿੱਥੇ ਦਿਨ 'ਤੇ ਸਾਰੇ ਪਿੰਡ ਵਾਸੀ ਆਏ, ਰੱਬ ਦਾ ਕੀਰਤਨ ਕਰਕੇ ਉਹਦੇ ਵਿੱਚ ਜੁੜ ਕੇ ਅਰਦਾਸ ਕੀਤੀ। ਗੁਰੂ ਨਾਨਕ ਦੇਵ ਜੀ ਦੀ ਅਰਦਾਸ ਕਬੂਲ ਹੋਈ। ਸਾਰੀ ਜਿਹੜੀ ਸੰਗਤ ਸੀਗੀ ਉਸ ਪਿੰਡ ਦੀ, ਉਹਨਾਂ ਦੀ ਚਾਹਤ ਜੋ ਸੀ ਉਹ ਪੂਰਨ ਹੋ ਗਈ। ਉੱਥੇ ਜਿਹੜਾ ਮਿੱਠਾ ਪਾਣੀ, ਗੁਰੂ ਸਾਹਿਬ ਨੇ ਪੈਰ ਤੋਂ ਇੱਕ ਪੱਥਰ ਹਟਾਇਆ ਅਤੇ ਉੱਥੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਅੱਜ ਤੋਂ ਕਰੀਬ 550 ਸਾਲ ਹੋ ਰਹੇ ਨੇ ਜਾਂ 500 ਸਾਲ, ਮਿੱਠਾ ਪਾਣੀ ਅੱਜ ਵੀ ਆ ਰਿਹਾ ਹੈ। ਇਹ ਜਿਹੜਾ ਹੈ ਇਹ ਨਿਸ਼ਾਨ ਹੈਗਾ, ਗੁਰੂ ਨਾਨਕ ਦੇਵ ਜੀ ਦਾ ਲਾਇਆ ਹੋਇਆ ਇੱਕ ਨਿਸ਼ਾਨ ਹੈਗਾ। ਐਸੇ ਟੋਟਲ 19 ਨਿਸ਼ਾਨ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ, ਪੰਜਾ ਸਾਹਿਬ ਵੀ ਇੱਕ ਨਿਸ਼ਾਨ ਹੈ। ਅੱਛਾ, ਐਸੇ ਜਿਹੜੇ ਨਿਸ਼ਾਨ ਹੈਗੇ ਨੇ ਹੋਰ ਕਈ ਹੈਗੇ ਨੇ, ਕਈ ਮਹਾਂਪੁਰਸ਼ਾਂ ਨੇ ਕੀਤੇ ਨੇ, ਲੇਕਿਨ ਕੁਝ ਐਸੇ ਨਿਸ਼ਾਨ ਵੀ ਹੈਗੇ ਨੇ ਜੋ ਆਪਣੇ ਆਪ ਹੁੰਦੇ ਨੇ, ਪਰਮਾਤਮਾ ਹੀ ਕ੍ਰੀਏਟ ਕਰ ਲੈਂਦਾ। ਇਹ ਤਾਂ ਅਰਦਾਸ ਦੀ ਗੱਲ ਹੈ। ਸਿੰਪਲ ਗੁਰੂ ਸਾਹਿਬ ਨੇ ਅਰਦਾਸ ਕੀਤੀ ਪਿੰਡ ਵਾਸੀਆਂ ਵਾਸਤੇ ਔਰ ਕਬੂਲ ਹੋ ਗਈ, ਕਬੂਲ ਹੋਣੀ ਸੀਗੀ। ਹੁਣ ਭਾਈ ਆਪਾਂ ਨੂੰ ਕੀ ਸਮਝਣਾ ਹੈ
ਕਿ ਨਿਸ਼ਾਨ ਜਿਹੜੇ ਨੇ ਕਈ ਹੈਗੇ ਨੇ, ਕਈ ਮਹਾਂਪੁਰਸ਼ ਇਸ ਟਾਈਪ ਦੇ ਕੌਤਕ ਵਿਖਾਉਂਦੇ ਨੇ। ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਵੀ ਇਹ ਸਭ ਨਿਸ਼ਾਨ ਸੀਗੇ। ਪੂਰੇ ਵਰਲਡ ਵਿੱਚ ਕਈ ਨਿਸ਼ਾਨ ਹੈਗੇ ਨੇ ਜਿੱਥੇ ਕਿ ਅਜੀਬ ਘਟਨਾਵਾਂ ਹੁੰਦੀਆਂ ਨੇ ਔਰ ਕਈ ਮੁਰਾਦਾਂ ਲੋਕਾਂ ਦੀ ਪੂਰੀਆਂ ਹੁੰਦੀਆਂ ਨੇ। ਇਹ ਨਿਸ਼ਾਨ ਵੀ ਸਮਝਣੇ ਜ਼ਰੂਰੀ ਹੈਗੇ ਨੇ। ਇਹ ਜਿਸ ਤਰ੍ਹਾਂ ਏਅਰ, ਹਵਾ ਅਸੀਂ ਲੈ ਰਹੇ ਸਾਹ, ਇਹ ਵੀ ਉਹਦਾ ਇੱਕ ਨਿਸ਼ਾਨ ਹੈਗਾ ਬਈ ਸਾਹ ਅੰਦਰ ਆਉਂਦਾ, ਸਾਹ ਬਾਹਰ ਜਾਂਦਾ। ਉਹਦੀ ਵਡਿਆਈਆਂ ਹਨ ਪਰਮਾਤਮਾ ਦੀ। ਇਸ ਪ੍ਰਕਾਰ ਪਰਮਾਤਮਾ ਦੇ ਕਈ ਗੁਣ ਹੈਗੇ ਨੇ। ਉਹਨਾਂ ਦੇ ਗੁਣਾਂ ਨੂੰ ਸਮਝਣਾ, ਉਹਨਾਂ ਦੇ ਗੁਣਾਂ ਦੇ ਹੋਰ ਡੀਪ ਵਿੱਚ ਜਾਣ ਦਾ ਗੁਰੂ ਸਾਹਿਬ ਇਹ ਆਈਡੀਆ ਕਿਉਂ ਦੇ ਕੇ ਗਏ ਕਿ ਤੂੰ ਉਹਦੀ ਸਿਫਤ ਸਲਾਹ ਕਰ, ਸਮਝ। ਇਸ ਕਰਕੇ ਕਿ ਪਰਮਾਤਮਾ ਦੀ ਸਿਫਤ ਸਲਾਹਾਂ ਕਰਦੇ ਕਰਦੇ ਮਨੁੱਖ ਦੇ ਮਾਈਂਡ ਵਿੱਚ ਪੋਜ਼ਿਟਿਵਿਟੀ ਜਿਹੜੀ ਹੈ ਉਹ ਬੈਠ ਜਾਏਗੀ। ਉਹ ਮਨੁੱਖ ਦੇ ਮਾਈਂਡ ਵਿੱਚ ਕਈ ਗੱਲਾਂ, ਕਈ ਤਰੀਕੇ ਨਾਲ ਸਿਫਤ ਸਲਾਹਾਂ ਕਰਨ ਨਾਲ ਉਹ ਉਸੇ ਵਿੱਚ ਜਿਹੜਾ ਹੈ ਸਮਾ ਜਾਏਗਾ। ਉਹ ਫਿਰ ਆਪ ਵਿੱਚ ਉਹਦੇ ਗੁਣ ਇਸ ਤਰ੍ਹਾਂ ਦੇ ਆਉਣ ਲੱਗਣਗੇ ਕਿ ਉਹਦੇ ਵਿੱਚ ਸਮਾ ਜਾਏ। ਅਮੁੱਲ ਕਰਮ ਅਮੁੱਲ ਫੁਰਮਾਨ। ਬਹੁਤ ਸਾਰੇ ਕਰਮ ਪਰਮਾਤਮਾ ਨੇ ਕੀਤੇ ਨੇ। ਜਿਤਨਾ ਯੂਨੀਵਰਸ ਪੈਦਾ ਕੀਤਾ ਹੈ ਕਰਮ ਨਾਲ ਹੀ ਹੋਇਆ ਹੈ। ਅਮੁੱਲ ਫੁਰਮਾਨ, ਅਨੇਕਾਂ ਹੀ ਆਰਡਰ ਉਸਦੇ ਹੈਗੇ ਨੇ। ਪੂਰੇ ਯੂਨੀਵਰਸ ਵਿੱਚ ਫੁਰਮਾਨ ਜਾਂ ਆਰਡਰ, ਉਹਨਾਂ ਦਾ ਵੀ ਕੋਈ ਮੁੱਲ ਪਾਇਆ ਨਹੀਂ ਜਾ ਸਕਦਾ। ਇਹ ਜਿਹੜਾ ਗੁਰੂ ਸਾਹਿਬ ਹੈ ਇਹ ਸਾਨੂੰ ਸਿਖਾ ਰਹੇ ਨੇ ਕਿ ਭਾਈ ਤੂੰ ਜਿਹੜਾ ਹੈ ਕਈ ਤਰੀਕਿਆਂ ਨਾਲ, ਆਪਣੇ ਤਰੀਕੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀ ਜਾਏਗਾ ਤੇ ਅੰਦਰ ਮਨ ਦੇ ਅੰਦਰ ਇੱਕ ਪੋਜ਼ਿਟਿਵ ਵਿਚਾਰਾਂ ਦਾ ਪੁੰਜ ਜਿਹੜਾ ਹੈ ਉਹ ਬਣਨ ਲੱਗੇਗਾ। ਜਿਤਨੇ ਵਿਚਾਰ ਪਰਮਾਤਮਾ ਦੇ ਬਾਰੇ ਵਿੱਚ ਆਪਾਂ ਕਰਾਂਗੇ ਆਪਾਂ ਉਸ ਦੇ ਨਾਲ ਰਲ ਮਿਲ ਜਾਵਾਂਗੇ। ਅਮੁਲੋ ਅਮੁਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਉਹਦੇ ਅਨੇਕਾਂ ਗੁਣ ਆਖੇ ਨਹੀਂ ਜਾ ਸਕਦੇ। ਜਿਹੜੇ ਲੋਕ ਆਖ ਰਹੇ ਨੇ, ਉਹ ਲਿਵ ਲਾ ਕੇ ਉਹਦੇ ਵਿੱਚ ਸਮਾ ਜਾ ਰਹੇ ਨੇ। ਹੁਣ ਕੀ ਹੈ, ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਕਿਉਂ ਦੱਸ ਰਹੇ ਨੇ ਕਿ ਲਿਵ ਲੱਗ ਜਾਏ। ਜਿਸ ਤਰ੍ਹਾਂ ਪੋਜ਼ਿਟਿਵ ਵਿਚਾਰ ਰੱਖਾਂਗੇ ਆਪਾਂ, ਜਿਸ ਤਰ੍ਹਾਂ ਪੋਜ਼ਿਟਿਵ ਥਿੰਕਿੰਗ ਵਧਾਵਾਂਗੇ, ਪਰਮਾਤਮਾ ਸਾਡੇ ਅੰਦਰ ਸਮਾ ਜਾਏਗਾ ਔਰ ਸਾਡੀ ਜਿਹੜੀ ਲਿਵ ਹੈ ਉਸ ਦੇ ਗੁਣ ਸੁਣਦੇ, ਆਖਦੇ, ਸਮਝਦੇ ਲਿਵ ਜਿਹੜਾ ਹੈ ਲੱਗ ਜਾਏਗੀ। ਇਹ ਕਨਕਲੂਜ਼ਨ ਹੈਗਾ ਇਸ ਪੂਰੀ ਪੌੜੀ ਦਾ। ਇੱਥੇ ਆਖ ਆਖ ਰਹੇ ਲਿਵ ਲਾਏ, ਉਹ ਆਪਾਂ ਜਿਹੜਾ ਗੁਣ ਆਖ ਰਹੇ ਹਾਂ, ਬਾਰ ਪ੍ਰੇਜ਼ ਕਰ ਰਹੇ ਹਾਂ ਪਰਮਾਤਮਾ ਦਾ, ਉਹ ਆਖਦਿਆਂ ਜਿਹੜਾ ਹੈ ਮਨੁੱਖ ਦੀ ਲਿਵ ਪਰਮਾਤਮਾ ਨਾਲ ਜੁੜ ਜਾਏਗੀ। ਹੁਣ ਇਹ ਜਿਹੜਾ ਬਹੁਤ ਵੱਡਾ ਫਾਰਮੂਲਾ ਹੈ, ਇੱਕ ਸੂਤਰ ਹੈ, ਇੱਕ ਗੁਰ ਹੈ, ਗੁਰੂ ਸਾਹਿਬ ਦੀ ਐਡਵਾਈਸ ਹੈ। ਗੁਰੂ ਸਾਹਿਬ ਨੇ ਸਾਨੂੰ ਕੀ ਐਡਵਾਈਸ ਦਿੱਤੀ ਇਸ ਸਟੈਂਜੇ ਵਿੱਚ ਕਿ ਭਾਈ ਅਮੁੱਲ ਜਿਹੜੇ ਹੈਗੇ ਨੇ ਉਹਦੇ ਪਰਮਾਤਮਾ ਦੇ ਗੁਣ ਹਨ। ਅਮੁੱਲ ਲੋਕ ਵਖਿਆਨ ਕਰ ਰਹੇ ਨੇ।
और ਅਮੁੱਲੋ ਅਮੁੱਲ ਆਖਿਆ ਨਾ ਜਾਏ ਔਰ ਉਹਨਾਂ ਦੇ ਬਾਰੇ ਆਖਿਆ ਨਹੀਂ ਜਾ ਸਕਦਾ। ਇਹ ਜਿਸ ਤਰ੍ਹਾਂ ਆਪਾਂ ਆਪਣੇ ਮਨ ਵਿੱਚ ਇਹਦੀ ਬੈਠ ਜਾਈਏ, ਇੱਕ ਕੋਨੇ ਵਿੱਚ ਸ਼ਾਂਤੀ ਨਾਲ ਔਰ ਵਿਚਾਰ ਸ਼ੁਰੂ ਕਰ ਦੇਈਏ ਪਰਮਾਤਮਾ ਦੇ ਬਾਰੇ ਵਿੱਚ ਕਿ ਭਾਈ ਮਨ ਹੀ ਮਨ ਵਿੱਚ ਆਪਾਂ ਉਹਦੀ ਪ੍ਰਸ਼ੰਸਾ ਦੇ ਸਮਝ ਰਹੇ ਹਾਂ, ਕਰ ਰਹੇ ਹਾਂ। ਹੁਣ ਐਗਜ਼ਾਮਪਲ ਵਾਸਤੇ ਦੱਸ ਰਿਹਾ, ਗੁਰੂ ਸਾਹਿਬ ਨੇ ਤਾਂ ਬਹੁਤ ਅੱਛੇ ਐਗਜ਼ਾਮਪਲ ਦਿੱਤੇ ਨੇ ਪੰਕਤੀਆਂ ਵਿੱਚ। ਪੰਕਤੀਆਂ ਬਾਰ-ਬਾਰ ਪੜ੍ਹਨ ਨਾਲ ਕੁਝ ਨਹੀਂ ਹੋਣਾ ਕਿ ਤੁਸੀਂ 100 ਵਾਰੀ ਜਪਜੀ ਸਾਹਿਬ ਪੜ੍ਹ ਲਿਆ ਅਤੇ ਗੁਣਾਂ ਦਾ ਗਾਇਨ ਹੋ ਗਿਆ। ਇਹ ਜਿਹੜਾ ਗੁਰ ਹੈਗਾ, ਆਖ ਆਖ ਰਹੇ ਲਿਵ ਲਾਏ, ਇਹ ਜਿਹੜੀ ਲਾਸਟ ਲਾਈਨ ਕਨਕਲੂਡਿੰਗ ਲਾਈਨ ਹੈ, ਇਹ ਗੁਰ ਹੈ ਭਾਈ ਕਿ ਪਰਮਾਤਮਾ ਦੇ ਗੁਣਾਂ ਦਾ ਗਾਇਨ ਜਦ ਤੁਸੀਂ ਆਪਣੇ ਸ਼ਬਦਾਂ ਨਾਲ, ਇਹ ਕਾਪਿੰਗ ਹੋ ਜਾਏਗੀ। ਇਸ ਨੂੰ ਫਾਰਮੂਲਾ ਬਣਾਉਣਾ ਪੈਂਦਾ। ਇਹ ਗੁਰ ਦੇ ਕੇ ਗਏ ਨੇ ਗੁਰੂ ਸਾਹਿਬ ਸਮਝਾਉਣ ਵਾਸਤੇ ਕਿ ਲਿਵ ਯਦੀ ਲਾਣੀ ਹੈ ਪਰਮਾਤਮਾ ਨਾਲ ਤਾਂ ਉਸ ਦੇ ਗੁਣਾਂ ਦਾ ਗਾਇਨ ਕਰ। ਜੇ ਆਪਾਂ ਬਗੀਚੇ ਵਿੱਚ ਚਲੇ ਜਾਈਏ, ਗਾਰਡਨ ਵਿੱਚ ਇਕੱਲੇ ਬੈਠੇ ਹੋਏ ਹਾਂ, ਚਾਰੋਂ ਪਾਸੇ ਨਜ਼ਰ ਦੌੜਾਵਾਂਗੇ ਅਤੇ ਕਈ ਚੀਜ਼ਾਂ ਤੁਹਾਡੇ ਮਾਈਂਡ ਵਿੱਚ ਆਉਣਗੀ ਕਿ ਕਿੰਨਾ ਸੋਹਣਾ ਬਾਗ ਹੈ, ਕਿੰਨੇ ਸੋਹਣੇ ਘਾਹ ਹੈ, ਕਿਤਨੀ ਗ੍ਰੀਨਰੀਨੈਸ ਹੈ, ਕਿਤਨਾ ਮਨਮੋਹਣਾ ਉਹ ਲਾਲ ਜਿਹਾ ਫੁੱਲ ਹੈਗਾ, ਕਿਤਨਾ ਸੋਹਣਾ ਦਿਖ ਰਿਹਾ ਹੈ, ਕਿਤਨੀ ਉਹਦੀ ਸੁੰਦਰਤਾ ਹੈ। ਉਹਨੂੰ ਬਰੀਕ ਨਾਲ ਹੋਰ ਦੇਖੋਗੇ ਫੁੱਲ ਨੂੰ ਅਤੇ ਤੁਹਾਨੂੰ ਬਹੁਤ ਸੁੰਦਰ ਦਿਖਣ ਲੱਗੇਗਾ। ਮਨ ਹੀ ਮਨ ਵਿੱਚ ਉਸ ਦਾ ਜਿਹੜਾ ਹੈ ਪ੍ਰੇਸ ਕਰੋ। ਫਿਰ ਹੋਰ ਕੋਈ ਝਾੜ ਨੂੰ ਵੇਖੋ, ਉਹਦੇ ਬਾਰੇ ਵਿੱਚ ਵਿਚਾਰ ਕਰੋ, ਸੋਚੋ। ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪ੍ਰੇਸ ਕਰਦੇ ਜਾਓਗੇ, ਕਰਦੇ ਜਾਓਗੇ, ਕਰਦੇ ਜਾਓਗੇ, ਆਪਣੇ ਸ਼ਬਦ ਹੀ ਰਹਿਣਗੇ ਤੁਹਾਡੇ। ਲੇਕਿਨ ਗੁਰੂ ਸਾਹਿਬ ਕੀ ਦੱਸਦੇ ਨੇ? ਆਖ ਆਖ, ਆਖੀ ਜਾਓਗੇ, ਆਖੀ ਜਾਓਗੇ, ਆਖੀ ਜਾਓਗੇ, ਰਹੇ ਲਿਵ ਲਾਏ। ਫਿਰ ਜਿਹੜੀ ਇਹ ਲਿਵ ਜਿਹੜੀ ਹੈ ਲੱਗ ਜਾਏਗੀ। ਆਖੀ ਜਾਓਗੇ, ਆਖੀ ਜਾਓਗੇ, ਲਿਵ ਲੱਗ ਜਾਏਗੀ। ਇੱਕ ਗੱਲ ਤੁਹਾਨੂੰ ਦੱਸਦਾ ਹਾਂ, ਇੱਕ ਬੰਦਾ ਬਿਮਾਰ ਹੋ ਗਿਆ, ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਸਾਰੇ ਉਹਦੇ ਬਲੱਡ ਪ੍ਰੈਸ਼ਰ, ਥਰਮੋਮੀਟਰ ਲਗਾ ਕੇ ਜੋ ਚੈੱਕ ਕਰਨਾ ਸੀ ਚੈੱਕ ਕਰ ਲਿਆ। ਉਹਨੂੰ ਆਪਣੀ ਜਿਹੜੀ ਪ੍ਰਿਸਕ੍ਰਿਪਸ਼ਨ ਸੀ ਡਾਕਟਰ ਦੀ, ਉਹਦੇ ਵਿੱਚ ਸਾਰੀ ਗੱਲਾਂ ਲਿਖ ਕੇ ਉਸ ਦਵਾਈਆਂ ਵੀ ਲਿਖ ਦਿੱਤੀ। ਬੰਦਾ ਜਿਹੜਾ ਹੈ ਘਰ ਆ ਗਿਆ। ਘਰ ਆਉਣ ਤੋਂ ਬਾਅਦ ਉਸਨੇ ਉਹ ਪ੍ਰਿਸਕ੍ਰਿਪਸ਼ਨ ਟੇਬਲ 'ਤੇ ਰੱਖ ਦਿੱਤੀ। ਫਿਰ 1 ਘੰਟੇ ਬਾਅਦ ਉੱਠਿਆ, ਉਸ ਪ੍ਰਿਸਕ੍ਰਿਪਸ਼ਨ ਨੂੰ ਪੜ੍ਹਿਆ। ਫਿਰ 4-5 ਘੰਟੇ ਨਿਕਲ ਗਏ, ਫਿਰ ਉਸ ਨੂੰ ਪੜ੍ਹਿਆ। ਫਿਰ ਸ਼ਾਮ ਹੋ ਗਈ, ਉਸ ਨੂੰ ਪੜ੍ਹਿਆ। ਫਿਰ 5-6 ਘੰਟੇ ਬਾਅਦ ਫਿਰ ਅਗਲੇ ਦਿਨ 3 ਵਾਰੀ ਪੜ੍ਹਿਆ। ਫਿਰ ਅਗਲੇ ਦਿਨ 3 ਵਾਰੀ ਪੜ੍ਹਿਆ। ਇਸ ਪੜ੍ਹਾਈ ਨਾਲ 3 ਦਿਨਾਂ ਵਿੱਚ ਉਹਦੀ ਹਾਲਤ ਹੋਰ ਖਰਾਬ ਹੋ ਗਈ। ਬਾਰ-ਬਾਰ ਡਾਕਟਰ ਦੇ ਪ੍ਰਿਸਕ੍ਰਿਪਸ਼ਨ ਪੜ੍ਹਨ ਨਾਲ ਮਨੁੱਖ ਦਾ ਟ੍ਰੀਟਮੈਂਟ ਨਹੀਂ ਹੋ ਸਕਦਾ। ਫਿਰ ਉਸ ਦਾ ਬੱਚਾ ਆਇਆ, ਉਸਨੇ ਨਾ ਉਹ ਦਵਾਈਆਂ ਲਿਆ ਕੇ ਆਪਣੇ ਪਿਤਾ ਜੀ ਨੂੰ ਦਿੱਤੀ। ਪਿਤਾ ਜੀ 3-4 ਦਿਨ ਦਵਾਈਆਂ ਖਾਣ ਤੋਂ ਬਾਅਦ ਠੀਕ ਹੋ ਗਿਆ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ 1000 ਵਾਰੀ ਜਪਜੀ ਸਾਹਿਬ ਪੜ੍ਹ ਲਓਗੇ ਅਤੇ ਅੰਦਰ ਦੀ ਇਹਦੀ ਮੈਲ ਨਹੀਂ ਗਈ, ਉਹ ਡਾਕਟਰ ਦੇ ਪ੍ਰਿਸਕ੍ਰਿਪਸ਼ਨ ਵਾਲਾ ਹੀ ਹਾਲ ਹੋ ਜਾਣਾ।
ਦਵਾਈ ਗੁਰੂ ਸਾਹਿਬ ਕੀ ਦੇ ਰਹੇ ਨੇ? ਇਹਦੇ ਵਿੱਚ ਜਿਹੜੀ ਦਵਾਈ ਦਿੱਤੀ ਹੈ ਆਪਾਂ ਨੂੰ, ਆਪਾਂ ਦਵਾਈ ਨਹੀਂ ਲੈ ਰਹੇ, ਆਪਾਂ ਗੁਰੂ ਨੂੰ ਨਹੀਂ ਸਮਝ ਰਹੇ। ਪਰਮਾਤਮਾ ਦੀ ਵਡਿਆਈਆਂ ਗਾਉਂਦੇ ਗਾਉਂਦੇ ਮਨੁੱਖ ਜਿਹੜਾ ਹੈ ਆਖ ਆਖ ਰਹੇ ਲਿਵ ਲਾਏ, ਆਖੀ ਜਾਵਾਂਗੇ ਲਿਵ ਲੀਨ ਹੋ ਜਾਵਾਂਗੇ ਉਸ ਪਰਮਾਤਮਾ ਦੀ। ਇਹ ਜਿਹੜੀ ਕਨਕਲੂਡਿੰਗ ਲਾਈਨ ਹੈ, ਇੱਕ ਫਾਰਮੂਲਾ ਹੈ, ਇਹ ਸੂਤਰ ਹੈ, ਇਹ ਗੁਰ ਹੈ। ਇਸ ਗੁਰ ਨੂੰ ਸਮਝਣਾ ਹੈ, ਇਸ ਗੁਰ ਦੇ ਅੰਦਰ ਜਾਣਾ ਹੈ ਪਹਿਲੇ, ਔਰ ਆਪਣੇ ਵਿਚਾਰ ਜਿਹੜੇ ਨੇ ਸ਼ੁੱਧ ਕਰਨੇ ਨੇ, ਸਾਫ਼ ਕਰਨੇ ਨੇ। ਸ਼ੁੱਧ ਸਾਫ਼ ਕਰਨ ਨਾਲ ਜਿਹੜਾ ਹੈ ਪੋਜ਼ਿਟਿਵਨੈਸ ਆ ਜਾਏਗੀ ਮਾइंड ਵਿੱਚ। ਔਰ ਬਾਰ-ਬਾਰ ਆਖ ਆਖ ਰਹੇ ਲਿਵ ਲਾਏ, ਆਖ ਆਖ ਕੇ ਲਿਵ ਲੀਨਤਾ ਆ ਜਾਏਗੀ। ਭਾਵੇਂ ਤੁਸੀਂ ਗਾਰਡਨ ਵਿੱਚ ਹੀ ਬੈਠੇ ਹੋ ਔਰ ਤੁਸੀਂ ਉਹਦੇ ਪ੍ਰੇਜ਼ਸ ਦੇਖ ਰਹੇ ਹੋ, ਸਮਝ ਰਹੇ ਹੋ। ਰੰਗ ਬਿਰੰਗੇ ਫੁੱਲ ਰਹਿੰਦੇ ਨੇ ਬਗਾਨ ਵਿੱਚ, ਰੰਗ ਬਿਰੰਗੀ ਚੀਜ਼ਾਂ ਹੈ। ਔਰ ਬਹੁਤ ਹੀ ਅਨੂਠੀ ਗੱਲ ਹੈ, ਜੇ ਆਪਾਂ ਰਾਤ ਨੂੰ ਆਪਣੇ ਮਕਾਨ ਦੇ ਛੱਤ 'ਤੇ ਬਹਿ ਜਾਈਏ ਕੁਰਸੀ ਲੈ ਕੇ, ਉੱਪਰ ਆਕਾਸ਼ ਨੂੰ ਵੇਖੀਏ, ਤੁਸੀਂ ਵੇਖਦੇ ਰਹੋਗੇ ਔਰ ਉਹਦੇ ਗੁਣਾਂ ਵਿੱਚ ਜਿਹੜੇ ਡੁੱਬ ਜਾਓਗੇ, ਲਿਵਲੀਨ ਹੋ ਜਾਓਗੇ। ਇਹ ਗੁਰੂ ਸਾਹਿਬ ਦਾ ਗੁਰ ਦਿੱਤਾ ਹੋਇਆ ਐਡਵਾਈਸ ਹੈ ਉਹਨਾਂ ਦੀ ਕਿ ਭਾਈ ਤੂੰ ਜਿੱਥੇ ਵੀ ਬਹਿ, ਗੁਣ ਉਹਦੇ ਚਾਰੋਂ ਪਾਸੇ ਹੈਗੇ ਨੇ। ਹੁਣ ਤੈਨੂੰ ਪਿਕਅਪ ਕਰਨਾ ਹੈ। ਹੁਣ ਜੇ ਤੈਨੂੰ ਗੰਦਗੀ ਸਮਝ ਆ ਰਹੀ ਹੈ ਵਿਚਾਰਾਂ ਵਿੱਚ, ਤਾਂ ਫਿਰ ਉਹੀ ਚੱਲੇਗਾ। ਜੇ ਤੈਨੂੰ ਸਾਫ ਸਫਾਈ ਔਰ ਸ਼ੁੱਧਤਾ ਵੇਖਣ ਲੱਗਦੀ ਆਪਣੇ ਚਾਰੇ ਪਾਸੋਂ, ਫਿਰ ਸ਼ੁੱਧਤਾ ਜਿਹੜੀ ਸਮਾ ਜਾਏਗੀ, ਉਹ ਲਿਵ ਜਿਹੜੀ ਹੈ ਲਾਏਗੀ। ਆਖੇ ਵੇਦ ਪਾਠ ਪੁਰਾਣ, ਆਖਣ ਨਾਲ ਵੇਦਾਂ ਅਤੇ ਪੁਰਾਣ ਦੀ ਪੜ੍ਹਾਈ ਤੈਨੂੰ ਹੀ ਪੁਕਾਰਦੇ ਹਨ। ਕੀ ਪੁਕਾਰਦੇ ਹਨ ਵੇਦ ਪੁਰਾਣ? ਆਖੇ ਪੜ੍ਹੇ ਕਰੇ ਵਖਿਆਣ, ਆਖ ਕੇ ਪੜ੍ਹਦੇ ਨੇ, ਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਅਤੇ ਤੇਰੇ ਬਾਰੇ ਭਾਸ਼ਣ ਦਿੰਦੇ ਹਨ। ਆਖੇ ਬਰਮੈ ਆਖੇ ਇੰਦ, ਬਰਮਾ ਤੇਰਾ ਜ਼ਿਕਰ ਕਰਦਾ ਹੈ, ਇੰਦਰ ਵੀ ਤੇਰਾ ਹੀ ਜ਼ਿਕਰ ਕਰਦੇ ਹਨ। ਅਰਥਾਤ ਕੋਈ ਕਿੰਨਾ ਵੀ ਵੱਡਾ ਦੇਵਤਾ ਹੈ, ਉਹ ਪਰਮਾਤਮਾ ਦੇ ਗੁਣਾਂ ਨੂੰ ਆਖਦਾ ਹੈ, ਸਮਝਦਾ ਹੈ। ਵੇਦ ਪੁਰਾਣ ਵੀ ਇਹੀ ਗੱਲ ਦੱਸਦੇ ਨੇ ਕਿ ਭਾਈ ਇਹ ਕਰ, ਚੰਗੇ ਕੰਮ ਕਰ, ਚੰਗੇ ਪਾਸੇ ਲੱਗ। ਲੇਕਿਨ ਬਹੁਤ ਸਿੰਪਲ ਤਰੀਕਾ ਜਿਹੜਾ ਗੁਰੂ ਸਾਹਿਬ ਨੇ ਇਸ ਲਾਈਨਾਂ ਵਿੱਚ ਦੱਸਿਆ ਹੈ, ਆਖ ਆਖ ਰਹੇ ਲਿਵ ਲਾਏ। ਲਿਵ ਲਾਉਣ ਵਾਸਤੇ ਪਰਮਾਤਮਾ ਦੇ ਗੁਣਾਂ ਨੂੰ ਜਿਸ ਤਰ੍ਹਾਂ ਉੱਪਰ ਦੀ ਲਾਈਨਾਂ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈ ਅਮੁਲਤਾ ਦੇ ਬਾਰੇ ਵਿੱਚ, ਅਤੇ ਭਾਈ ਉਸ ਮੈਥਡ ਨਾਲ ਯਦੀ ਆਪਾਂ ਇਸ ਪੌੜੀ ਨੂੰ ਸਮਝਣਾ ਚਾਹਾਂਗੇ ਤਾਂ ਆਖਰੀ ਜਿਹੜੀ ਆਖ ਆਖ ਰਹੇ ਲਿਵ ਲਾਏ, ਇਹ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਸਮਝੋ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਲਿਵਲੀਨ ਹੋ ਜਾਂਦੇ ਸਨ। ਗੁਰੂ ਸਾਹਿਬ ਇਹ ਦੱਸ ਰਹੇ ਨੇ ਕਿ ਭਾਈ ਲਿਵਲੀਨ ਹੋਣਾ ਹੈ ਅਤੇ ਆਪਣੇ ਮਾइंड ਵਿੱਚ ਪੋਜ਼ੀਟਿਵ ਵਿਚਾਰਧਾਰਾ ਬਣਾਓ। ਪੋਜ਼ੀਟਿਵ ਵਿਚਾਰਧਾਰਾ ਬਣਾਉਣ ਵਿੱਚ ਕੀ ਕਰਨਾ ਹੈ? ਆਪਾਂ ਅੱਛੀ ਜਗ੍ਹਾ, ਸੋਹਣੀ ਜਗ੍ਹਾ
ਸਾਫ਼ ਜਗ੍ਹਾ 'ਤੇ ਬੈਠ ਕੇ ਉਹਦੇ ਗੁਣਾਂ ਦਾ ਵਿਚਾਰ ਕਰਨਾ ਸ਼ੁਰੂ ਕਰਾਂਗੇ। ਵਿਚਾਰ ਕਰਦੇ ਕਰਦੇ ਜਿਹੜਾ ਹੈ ਉਹਦੀ ਸਿਫਤਾਂ ਸਲਾਹਾਂ ਕਰਦੇ ਰਹਾਂਗੇ ਕਿ ਭਾਈ ਇਹ ਕਿੰਨਾ ਸੋਹਣਾ ਝਾੜ ਬਣਿਆ ਹੈ, ਕਿੰਨਾ ਸੋਹਣਾ ਪਹਾੜ ਬਣਿਆ ਹੈ, ਕਿੰਨੇ ਹੀ ਚੰਗੇ ਬੂਟੇ ਲੱਗੇ ਹੋਏ ਨੇ, ਰੰਗ ਬਿਰੰਗੇ ਚੀਜ਼ਾਂ ਇਹਦੇ ਘੁੰਮ ਰਹੀਆਂ ਨੇ। ਇਹਦੇ ਨਾਲ ਕੀ ਹੈ, ਸਾਰੀ ਪੋਜ਼ੀਟਿਵਿਟੀ ਜਿਹੜੀ ਹੈ ਮਾइंड ਵਿੱਚ ਸਮਾਉਣ ਲੱਗੇਗੀ ਔਰ ਬੰਦੇ ਦੀ ਲਿਵ ਲੱਗ ਜਾਏਗੀ। ਬੰਦਾ ਜਿਹੜਾ ਸਾਇਲੈਂਸ ਵਿੱਚ ਚਲਾ ਜਾਏਗਾ। ਇਹ ਗੁਰੂ ਸਾਹਿਬ ਦਾ ਦਿੱਤਾ ਹੋਇਆ ਗੁਰ ਹੈਗਾ। ਗੁਰ ਮਤਲਬ ਭਾਈ ਟੈਕਨੀਕ। ਇਸ ਟੈਕਨੀਕ ਨਾਲ ਇਹਦੀ ਆਪਾਂ ਸਲਾਹਨਾ ਕਰਾਂਗੇ ਤਾਂ ਫਿਰ ਲਿਵ ਲੱਗ ਜਾਏਗੀ। There are so many qualities of Param Purukh Paramatma super power, Narayan Vaheguru Parbrahm Ram, Amul Vapar, and so many kind of businesses he has. Businesses in the sense he is taking care of earth. Earth is rotating about its own axis and things are moving in accordance with the law framed by Allah Ram Vaheguru. If we understand his quality, his praises, then we have to start praising him and understanding his wisdom, his nature, his creation. Our mind will get positivity. Amul Vapariye Amul Bhandar. Amul means priceless. Priceless means we cannot pay the price of gift given by God to us. We cannot pay the amount. Whatever breath we are taking in, we cannot give the amount of it. Nobody is paying and no system is there to pay. Crores and crores years are over and millions, trillions and trillions people born and died. System is like this, that we are taking breath and leaving breath to cosmos, and we are not paying anything, nor superpower is demanding anything from us. Amul Vapari Amul Bhandar. Lot of qualities God is having. Lot of businesses he is doing. What business? He is not doing any profitable business. But suppose earth is moving every day, he is busy. Creator is busy. It means earth is busy. Earth is part of cosmos. Amul Vapariye Amul Bhandar. So many people are busy and so many treasures of infinite Lord is there. What treasure? This we are taking air from last crores and crores year, an entire generation of mankind and other
living being are taking breathe, etc. from cosmos, and cosmos is readily available everywhere all the time to provide such, because big treasure of air is available, big treasure of water, big treasure of magnetic field, big treasure of coal, big treasure of sand, big treasure of iron. Everything which mankind want is available. IQ is available. By IQ, many things has been converted into useful thing. And world is moving toward comforts. Entire mankind is moving to have more and more comforts. अमूल आवे अमूल ले जाए. Priceless things are coming and going. Suppose, to understand this line of stanza, costless thing means we cannot pay the cost. Actually, it is very costly. We are getting free, like air, water, and many things. All the treasure, petrol, suppose we are taking it from the earth, using in our vehicle. It is in the treasure of God. That is why we are getting. God is not taking any charge, but petrol pump owner is taking charge from us, because system is such. So we have to learn about the treasure of the God. Many things are available in this way, not only petrol, but everything what mankind is taking. All the trees on the earth are in this planet, giving us some fruit, and God is not charging from trees. He is generating everything free of cost. But mankind has developed such a thing for distribution and taking charges from the us general people. And in this distribution, some people are corrupt and they are manipulating the deliveries and playing with the amount and quantity of goods. God is giving everything free of cost, but citizens or public is not getting it free of cost. Public is paying cost. Because of the distribution system is not well, it is not ideal. Corruption is there. That is why citizen on the earth, all living being, man and only man is paying, but fish and tiger and others like that are getting still
as per the procedure and law framed by the lawmaker, creator, God, Parbrahm. So we have developed the way which is unnatural. And we have not so much intelligent to respect the law of the Lord, Supreme Lord. This is vital point. It has been raised by Guru Nanak also from last crores and crores year. Supreme power is giving everything to mankind, but still mankind is suffering. Reason of suffering is not proper dealing with the material gifted by supreme power. If we understand theory of Guru Nanak, then everybody has a right to get free. Because on the earth, superpower is giving everything free of cost. And it is for everyone. Only mankind is suffering. But other species, they have not made such formulae of sale, purchase, etc. And they are not at all suffering. They are following the natural distribution distributed by Creator. Inside the sea, fish are eating one another fish, this and that. No tax, nothing is there, and nobody can apply, no country or no power. They are coming under the law of nature, whereas earlier man was, when not developed, not intelligent, they followed the same natural system of distribution. More the IQ, more the suffering of mankind. We have to understand everything God is giving in every season free of cost, but we have made such distribution formulas to elevate the cost. Even so many tractors and tube wells digged out, but it is not at all fruitful, not at all helping to common people. Business community accumulated more money. What Guru Sahib want to tell us, mankind is getting free of cost thing. Amul Baksis, Amul Nisan. So many things, so many blessings of God has given to all kind of His species. Man is one of them and most intelligent.
If we consider monkey as one of the species of God, he is free from all kind of tension. No military is required in his region. No security is required to him. But intelligent man feels insecure, no peace of mind. He is controlling himself through people like him. He is giving vote to one person and making him as their own king in their own country, and that man works as per his IQ. He has not at all super IQ, and we disconnected us from the supreme power. So rectification is required by the mankind. Guru Nanak Dev Ji is suggesting God has given lot of things, lot of blessing, lot of material, and many more things we cannot, those are countless, we cannot count. Amul Karam, Amul Furman, the act of God we can see and we can understand about His orders as well. Everything is moving as per the order of the God. Rain is falling, lightning is there on the sky. This is the done as per the cyclic order framed by the God. Earlier, everything has been framed. Rotation of earth, several seasons on the earth changes. These are the rules and regulations framed by the Supreme Power, and as per His framed law and constitution, things are moving. All the stars, suns, planet, planetary system, atom, from small to big, non-visible to visible. His order is going on, and everybody is following His order. अमूलो अमूल आख्या ना जाहे. The gift of God, treasure of God, we cannot estimate about His gifts, His qualities. We can praise His qualities. If we will praise His qualities, we will have positiveness in our mind. As soon as our mind will have positivity, positivity is also in God. He is most powerful creator. His treasures are infinite. Air is infinite.
magnetic field around Earth is infinite. Many more things are there which is helping us, and more species maybe on the earth, maybe on the sea, in the sea. So we have to understand the gifts, qualities, blessings given to all kind of people and species on this planet and many other planets like our planet. They all are enjoying and taking and praising the qualities of superpower. As we will start praising, we will have positivity in our mind and we will merge. We will merge with the praises we are doing for God, and we will merge with Him. And this is required. This is the teaching of God. Aankh aankh rahe live laye. Our merging will be there. Guru Sahib is saying this is live. Aankh aankh, as we will speak about the praise of God, our live, we will be unified with the supreme power. Our consciousness will merge with the super consciousness, which is the required goal of human being. Aakhe Ved Path Puran, and this thing similar to this is written in Ved and Purana. Praise the God, merge with Him. Aakhe pade kare vakhyaan. Many people are praising and getting benefit. Aakhe barme aakhe in. Burma and Indra, they are also praising the God. So, Guru Sahib is advising and giving formula how to get into or merge along with the supreme power or superpower, means God, means Parbrahm. Formula is that we have to praise. By praising, by understanding, doing it consciously, doing with IQ, doing it with mindfully, then automatically so many properties are there, so many qualities are there. God will bless us and we will merge with God, which is the requirement and required goal. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।